ਧੰਨਵਾਦ ਕਰਦੇ ਹਾਂ परमेश्वर का कि परमेश्वर ने ਤੁਹਾਡੇ ਨਾਲ रूबरू होने ਲਈ ਫਿਰ ਇੱਕ ਵਾਰ ਅਵਸਰ ਦਿੱਤਾ ਹੈ। ਆਓ ਅਸੀਂ परमेश्वर ਦੇ ਪਵਿੱਤਰ ਵਚਨਾਂ ਦੇ ਵਿੱਚੋਂ ਸਿੱਖਾਂਗੇ ਤਾਂ ਜੋ ਅਸੀਂ ਹੋਰ ਜ਼ਿਆਦਾ परमेश्वर ਦੇ ਕਦ ਕਾਠ ਵਿੱਚ ਉਹਦੀ ਪਹਿਚਾਣ ਵਿੱਚ ਮਚੂਰ ਹੋ ਜਾਈਏ। ਸੋ ਅਸੀਂ ਅੱਜ ਸਾਡਾ ਵਿਸ਼ਾ ਜੋ ਚੱਲ ਰਿਹਾ ਹੈ ਉਹ ਹੈ परमेश्वर ਕੀ ਹੈ। ਅਸੀਂ ਪ੍ਰਿਯੋ ਪਿਛਲੇ ਦਿਨਾਂ ਦੇ ਵਿੱਚ 5 ਵੀਡੀਓ ਦੇ ਦੁਆਰਾ ਅਸੀਂ ਦੇਖਿਆ ਹੈ ਕਿ परमेश्वर ਕੀ ਹੈ, ਕੌਣ ਹੈ, ਕਦੋਂ ਹੈ, ਕਿੱਥੇ ਹੈ ਤੇ ਕਿਉਂ ਹੈ। ਤੇ ਅੱਜ ਅਸੀਂ ਉਸ ਸਿੱਖਿਆ ਨੂੰ, ਉਸ ਵਿਸ਼ੇ ਨੂੰ ਅੱਗੇ ਵਧਾ ਰਹੇ ਹਾਂ ਤੇ ਇਹ ਜਾਣਨਾ ਜ਼ਰੂਰੀ ਹੈ ਕਿ परमेश्वर ਨੂੰ ਆਖਰਕਾਰ परमेश्वर ਕਿਉਂ ਕਿਹਾ ਜਾਂਦਾ ਹੈ। ਸੋ ਤੁਸੀਂ ਸਕਰੀਨ ਤੇ ਪੜ੍ਹਦੇ ਹੋਵੋਗੇ परमेश्वर ਨੂੰ परमेश्वर ਕਿਉਂ ਕਿਹਾ ਜਾਂਦਾ ਹੈ। ਜਦੋਂ ਅਸੀਂ ਪਵਿੱਤਰ ਬਾਈਬਲ ਵਿੱਚ ਇਸ ਗੱਲ ਦੀ ਵਿਚਾਰ ਕਰਦੇ ਹਾਂ ਜਾਂ परमेश्वर ਦੇ ਪਵਿੱਤਰ ਵਚਨਾਂ ਨੂੰ ਪੜ੍ਹਦੇ ਹਾਂ ਤੇ ਸਾਨੂੰ ਕੀ ਪਤਾ ਲੱਗਦਾ, ਜਦੋਂ ਅਸੀਂ परमेश्वर ਦੇ ਗੁਨਾਹ ਤੇ ਵਿਚਾਰ ਕਰਦੇ ਹਾਂ ਜਾਂ ਜਦੋਂ ਅਸੀਂ परमेश्वर ਦੇ ਸੁਭਾਅ ਤੇ ਵਿਚਾਰ ਕਰਦੇ ਹਾਂ ਤੇ ਸਾਨੂੰ ਇਹ ਚੀਜ਼ਾਂ ਜਿਹੜੇ परमेश्वर ਦੇ ਗੁਣ ਅਤੇ ਸੁਭਾਅ ਇੱਕ ਇਨਸਾਨ ਦੀ ਪਹਿਚਾਣ ਦੱਸਦੀ ਆ ਵੀ ਇਹ ਇਨਸਾਨ ਦੀ ਪਹਿਚਾਣ ਉਹਦੇ ਗੁਣਾਂ ਤੇ ਉਹਦੇ ਸੁਭਾਅ ਤੋਂ ਹੁੰਦੀ ਆ ਕਿ ਉਹ ਫਲਾਣਾ ਵਿਅਕਤੀ ਬੜਾ ਵਧੀਆ ਵਾ। ਉਹਦੇ ਗੁਣ ਤੇ ਸੁਭਾਅ ਤੋਂ ਅਸੀਂ ਉਹਦੀ ਪਹਿਚਾਣ ਕਰਦੇ ਹਾਂ। ਇਸੇ ਪ੍ਰਕਾਰ परमेश्वर ਦੇ ਨਾਲ ਹੈ। ਜਦੋਂ ਅਸੀਂ ਪਵਿੱਤਰ ਬਾਈਬਲ ਨੂੰ ਪੜ੍ਹਦੇ ਹਾਂ ਤਾਂ ਸਾਨੂੰ परमेश्वर ਦੇ ਗੁਣਾਂ ਅਤੇ ਸੁਭਾਅ ਦੇ ਬਾਰੇ ਪਤਾ ਚੱਲਦਾ ਹੈ। ਸੋ ਪ੍ਰਿਯੋ, ਜਦੋਂ ਅਸੀਂ परमेश्वर ਦੇ ਪਵਿੱਤਰ ਵਚਨ ਨੂੰ ਪੜ੍ਹਦੇ ਹਾਂ ਤੇ ਸਾਨੂੰ ਪਤਾ ਚੱਲਦਾ ਹੈ ਕਿ परमेश्वर ਦੇ ਸੁਭਾਅ ਦੇ ਬਾਰੇ। ਸੋ ਆਓ ਅਸੀਂ ਇਸ ਨੂੰ ਅੱਗੇ ਵਧਾਉਂਦੇ ਹਾਂ। ਤੁਸੀਂ ਦੇਖ ਰਹੇ ਹੋਗੇ ਜਿਉਂਦਾ। ਅੱਜ ਅਸੀਂ ਦੇਖਾਂਗੇ ਜੀਵਤ परमेश्वर ਯਾਨੀ ਜਿਉਂਦਾ परमेश्वर। ਬਾਈਬਲ परमेश्वर ਦਾ ਵਚਨ ਸਾਫ਼ ਆਖਦਾ ਹੈ ਕਿ परमेश्वर ਜਿਉਂਦਾ ਹੈ। ਜਿਉਂਦੇ ਹੋਣ ਤੋਂ ਕੀ ਭਾਵ ਹੈ? ਜਿਉਂਦੇ ਹੋਣ ਤੋਂ ਕੀ ਭਾਵ ਹੈ? ਜਦੋਂ ਇੱਕ ਪਰਿਵਾਰ ਵਿੱਚ ਇੱਕ ਜਾਨਾ ਮਰ ਜਾਂਦਾ ਹੈ ਤਾਂ ਉਹ ਮਰਿਆ ਹੋਇਆ ਇਨਸਾਨ ਨਾ ਤਾਂ ਆਪਣੇ ਪਰਿਵਾਰ ਦੇ ਕੰਮ ਆ ਸਕਦਾ ਹੈ ਅਤੇ ਨਾ ਹੀ ਪਰਿਵਾਰ ਉਸ ਦੇ ਲਈ ਕੁਝ ਕਰ ਸਕਦਾ ਹੈ। ਇਸ ਦਾ ਅਰਥ ਇਹ ਹੈ ਕਿ ਇੱਕ ਜਿਉਂਦਾ ਇਨਸਾਨ ਦੂਜੇ ਲਈ ਕੰਮ ਆ ਸਕਦਾ ਹੈ। ਪ੍ਰਿਯੋ, ਜਿਉਂਦੇ ਦੀ ਜਿਹੜੀ ਅਰਥ ਆ ਉਹ ਭਾਵ ਆ ਜਿਉਂਦੇ ਤੋਂ ਜੋ ਅੱਜ ਅਸੀਂ ਇਨਸਾਨ ਜਾਣਦੇ ਹਾਂ। ਸੋ ਆ ਟਿੱਪਣੀ ਹੈ ਉਸ ਉੱਤੇ ਜੋ ਮੈਨੂੰ परमेश्वर ਨੇ ਸਿਖਾਈ ਹੈ ਕਿ ਜਿਉਂਦਾ ਹੀ ਇੱਕ ਦੂਜੇ ਦੇ ਅਸੀਂ ਕੰਮ ਆ ਸਕਦੇ ਹਾਂ, ਮਰਿਆਂ ਤੋਂ ਕੁਝ ਲਾਭ ਨਹੀਂ ਹੁੰਦਾ ਹੈਗਾ। ਸੋ ਆਓ ਇਹ ਤਾਂ ਸੀ ਜਿਉਂਦੇ ਦੀ ਇੱਕ ਭਾਵ, ਇੱਕ ਅਰਥ। ਆਓ ਹੁਣ ਇਸ ਦੇ ਬਾਰੇ ਅਸੀਂ ਦੇਖਦੇ ਹਾਂ ਕਿ परमेश्वर ਦੇ ਵਚਨ 'ਚ परमेश्वर ਕੀ ਆਖਦਾ ਹੈ। परमेश्वर ਆਪਣੇ ਬਾਰੇ ਕੀ ਆਖਦਾ ਹੈ? ਜਿਉਂਦੇ ਹੋਣ ਦੇ ਵਿਸ਼ੇ ਤੇ परमेश्वर ਆਪਣੇ ਬਾਰੇ ਕੀ ਆਖਦਾ ਹੈ? ਜਦੋਂ ਅਸੀਂ ਵਿਵਸਥਾ ਦੀ ਕਿਤਾਬ ਉਹਦਾ 32 ਅਧਿਆਇ ਉਹਦੀ 40 ਆਇਤ ਨੂੰ ਪੜ੍ਹਦੇ ਹਾਂ ਤੇ ਇਸ ਪ੍ਰਕਾਰ ਲਿਖਿਆ ਹੋਇਆ ਹੈ, ਕਿਉਂ ਜੋ ਮੈਂ ਆਪਣਾ ਹੱਥ ਆਕਾਸ਼ ਵੱਲ ਚੁੱਕਦਾ ਹਾਂ ਅਤੇ ਮੈਂ ਕਹਿੰਦਾ ਹਾਂ, ਭਾਈ ਮੈਂ ਸਦੀਵ ਕਾਲ ਤੋਂ ਜਿਉਂਦਾ ਹਾਂ। ਪ੍ਰਿਯੋ, परमेश्वर ਖੁਦ ਆਪਣੀ ਗਵਾਹੀ ਦੇ ਰਿਹਾ ਵਾ ਆਪਣੇ ਭਗਤ ਮੂਸਾ ਦੇ ਦੁਆਰਾ। ਜਦੋਂ परमेश्वर ਨੇ 5 ਕਿਤਾਬਾਂ ਲਿਖਾਈਆਂ, ਆ ਪਹਿਲੀ 5 ਕਿਤਾਬਾਂ 'ਚ 5ਵੀਂ ਕਿਤਾਬ ਜਿਹੜੀ ਵਿਵਸਥਾ ਸਾਰ ਆ ਉਹਦੀ 32 ਦੀ 40 ਆਇਤ ਵਿੱਚ ਲਿਖਿਆ ਹੈ ਕਿ परमेश्वर ਆਪ ਆਖਦਾ ਹੈ ਕਿ ਮੈਂ ਆਪਣੇ ਹੱਥ ਚੱਕਦਾ ਹਾਂ ਅਤੇ ਇਸ ਗੱਲ ਨੂੰ ਪੁਕਾਰਦਾ ਹਾਂ ਅਤੇ ਕਹਿੰਦਾ ਹਾਂ, ਭਾਈ ਮੈਂ ਸਦੀਵ ਕਾਲ ਤੱਕ ਕੀ ਹਾਂ? ਸਦੀਵ ਕਾਲ ਲਈ ਜਿਉਂਦਾ ਹਾਂ। ਸੋ परमेश्वर ਖੁਦ ਆਪਣੀ ਗਵਾਹੀ ਦਿੰਦਾ ਹੈ ਕਿ ਮੈਂ ਜਿਉਂਦਾ ਹਾਂ। ਪ੍ਰਿਯੋ, ਇਸ ਤੋਂ ਅਸੀਂ ਜਾਣਦੇ ਹਾਂ परमेश्वर ਜੀਵਤ ਹੈ। ਸੋ ਆਓ ਇਸ ਨੂੰ ਅੱਗੇ ਵਧਾਉਂਦੇ ਹਾਂ। ਜਦੋਂ ਅਸੀਂ ਵਿਵਸਥਾ ਦੀ ਕਿਤਾਬ ਉਹਦਾ 5 ਅਧਿਆਇ ਦੀ ਜਦੋਂ ਅਧਿਐਨ ਕਰਦੇ ਹਾਂ, 5 ਅਧਿਆਇ ਦੇ ਵਿੱਚ ਅਸੀਂ ਬਹੁਤ ਅੱਛੀ ਤਰੀਕੇ ਨਾਲ ਲਿਖਿਆ ਹੋਇਆ ਹੈ 5 ਦੀ 26 ਵਿੱਚ ਇੱਥੇ ਬੜਾ ਵਧੀਆ ਮਸਲਾ ਲਿਖਿਆ ਹੋਇਆ ਹੈ। ਇਹ ਵਾਕਿਆ ਉਦੋਂ ਦਾ ਹੈ ਜਦੋਂ ਇਸਰਾਇਲ ਨੂੰ परमेश्वर ਮੂਸਾ ਦੇ ਦੁਆਰਾ 10 ਹੁਕਮ ਦੇ ਰਿਹਾ ਵਾ ਆਪਣੇ ਮਗਰ ਚੱਲਣ ਲਈ, ਆਪਣੀ ਮਾਨਤਾ ਕਰਨ ਦੇ ਲਈ, ਆਪਣੇ ਬਾਰੇ ਸਮਝਾਉਣ ਦੇ ਲਈ 10 ਹੁਕਮ परमेश्वर ਇਸਰਾਇਲ ਨੂੰ ਦੇ ਰਿਹਾ ਵਾ। ਤੇ ਜਦ ਇਸਰਾਇਲੀਆਂ ਨੂੰ परमेश्वर 10 ਹੁਕਮ ਦੇ ਰਿਹਾ ਤੇ ਉਹ ਪਰਬਤ ਸਨਈ ਪਰਬਤ ਉੱਤੇ ਉਤਰਦਾ ਹੈ ਤੇ ਮੂਸਾ ਨਾਲ ਗੱਲਬਾਤ ਕਰਦਾ ਹੈ ਤੇ ਸਾਰੀ ਪਰਜਾ ਸੁਣਦੀ ਹੈ ਤੇ ਪਰਜਾ ਕੀ ਆਖਦੀ ਹੈ ਵਿਵਸਥਾ 5:26 ਦੇ ਵਿੱਚ, ਸਾਰੇ ਸ਼ਰੀਰਾਂ ਵਿੱਚੋਂ ਕਿਹੜਾ ਹੈ ਜਿਹਨੇ ਜਿਉਂਦੇ परमेश्वर ਦੀ ਆਵਾਜ਼ ਅੱਗ ਵਿੱਚੋਂ ਦੀ ਬੋਲਦੇ ਸੁਣੀ ਹੋਵੇ। ਸੋ ਇੱਥੇ ਇਸਰਾਇਲੀ ਲੋਕ ਪੁਕਾਰ ਉੱਠੇ ਕਿ ਮੂਸਾ ਨਾਲ ਗੱਲ ਕਰਕੇ ਆਖਦੇ ਆ, ਜਦੋਂ ਉਹ ਥੱਲੇ ਆ ਜਾਂਦਾ ਤੇ ਉਹ ਆਖ ਕੇ ਉਹਨੂੰ ਕਹਿੰਦੇ ਆ ਕਿ ਇੱਦਾਂ ਦਾ ਕਿਹੜਾ ਇਨਸਾਨ ਹੋਇਆ ਸਾਰੀ ਦੁਨੀਆ ਦੇ ਵਿੱਚੋਂ, ਜਿਉਂਦੇ ਸ਼ਰੀਰਾਂ ਦੇ ਵਿੱਚੋਂ, ਸਰੀਰਕ ਲੋਕਾਂ ਦੇ ਵਿੱਚੋਂ ਇੱਦਾਂ ਦਾ ਕਿਹੜਾ ਇਨਸਾਨ ਹੋਇਆ ਕਿ ਜਿਹਨੇ ਜਿਉਂਦੇ परमेश्वर ਦੀ ਆਵਾਜ਼ ਅੱਗ ਦੇ ਵਿੱਚੋਂ ਦੀ ਸੁਣੀ ਹੋਵੇ। ਸੋ ਪ੍ਰਿਯੋ, ਬਾਈਬਲ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ परमेश्वर ਜਦ 10 ਹੁਕਮ ਦਿੱਤੇ ਤੇ परमेश्वर ਨੇ ਕੇਵਲ ਉਦੋਂ ਮੂਸਾ ਦੇ ਨਾਲ ਗੱਲ ਨਹੀਂ ਕੀਤੀ ਬਲਕਿ ਉਹਨਾਂ ਇਜ਼ਰਾਇਲੀ ਭੀੜ ਦੇ ਨਾਲ ਵੀ ਗੱਲ ਕੀਤੀ। ਉਹਨਾਂ ਨੇ ਉਹਦੀ ਆਵਾਜ਼ ਸੁਣੀ ਜੋ ਮੂਸਾ ਦੇ ਨਾਲ ਗੱਲ ਕਰ ਰਹੀ ਸੀ ਤੇ ਬਹੁਤ ਭੈਭੀਤ ਹੋ ਗਏ ਸੀ ਕਿਉਂਕਿ ਉਹਨਾਂ ਨੇ ਅੱਜ ਤੱਕ ਇੱਦਾਂ ਨਹੀਂ ਸੁਣਿਆ ਸੀ ਕਿ ਰੱਬ ਕਿਸੇ ਦੇ ਨਾਲ ਬੋਲਦਾ ਵੀ ਹੈ। ਸੋ ਇਹ ਹੈ परमेश्वर ਦਾ ਜਿਉਂਦੇ ਹੋਣ ਦੀ ਮਿਸਾਲ। ਉੱਥੇ ਇਜ਼ਰਾਇਲੀ ਲੋਕ ਵੀ ਪੁਕਾਰ ਉੱਠੇ ਕਿ ਸੱਚਮੁੱਚ ਇਹ ਜੀਵਤ परमेश्वर ਹੈ। ਆਮੀਨ, ਹਾਲੇਲੂਇਆ। ਆਓ ਅਸੀਂ ਅੱਗੇ ਦੇਖਦੇ ਹਾਂ ਦਾਊਦ ਇਸ ਦੇ ਵਿਸ਼ੇ ਤੇ ਕੀ ਆਖਦਾ ਹੈ। ਦਾਊਦ ਜ਼ਬੂਰਾਂ ਦੇ 42 ਜ਼ਬੂਰ ਉਹਦੀ 2 ਆਇਤ ਵਿੱਚ ਇਸ ਪ੍ਰਕਾਰ परमेश्वर ਦੇ ਬਾਰੇ ਟਿੱਪਣੀ ਕਰਕੇ ਆਖਦਾ ਹੈ
ਕੀ ਕਹਿੰਦਾ ਹੈ? ਮੇਰਾ ਮਨ ਪਰਮੇਸ਼ਰ ਲਈ, ਜਿਉਂਦੇ ਪਰਮੇਸ਼ਰ ਲਈ ਤਿਆਰ ਹੈ। ਪ੍ਰਿਓ, ਇਹ ਸਿੱਖਿਆ ਇਸ ਲਈ ਲੈ ਰਹੇ ਹਾਂ ਤਾਂ ਜੋ ਸਾਡਾ ਲਗਾਵ ਪਰਮੇਸ਼ਰ ਦੇ ਨਾਲ ਹੋਰ ਗਹਿਰਾ ਹੋਵੇ, ਸਾਡਾ ਰਿਸ਼ਤਾ ਪਰਮੇਸ਼ਰ ਦੇ ਨਾਲ ਹੋਰ ਗਹਿਰਾ ਹੋਵੇ, ਅਸੀਂ ਹੋਰ ਅੱਛੇ ਤਰੀਕੇ ਨਾਲ ਪਰਮੇਸ਼ਰ ਨੂੰ ਪਹਿਚਾਨ ਸਕੀਏ। ਪ੍ਰਿਓ, ਜਦ ਇਜ਼ਰਾਈਲੀਆਂ ਦੇ ਉੱਤੇ ਪਰਮੇਸ਼ਰ ਆਪਣੇ ਆਪ ਨੂੰ ਪ੍ਰਗਟ ਕਰਦਾ ਤੇ ਉਹਨਾਂ ਨੂੰ ਸਾਫ਼ ਆਖਦਾ ਵਾ, ਮੇਰੀ ਕੋਈ ਸੂਰਤ ਨਾ ਬਣਾ ਬੈਠਿਓ, ਮੈਂ ਜਿਉਂਦਾ ਪਰਮੇਸ਼ਰ ਹਾਂ, ਤੁਸੀਂ ਮੇਰੀ ਆਵਾਜ਼ ਸੁਣੀ ਆ, ਕੋਈ ਸਰੀਰ ਤੁਸੀਂ ਮੇਰਾ ਕੋਈ ਸਰੂਪ ਨਹੀਂ ਵੇਖਿਆ ਗਿਆ ਕਿ ਧਰਤੀ ਤੇ ਜਾ ਕੇ ਤੁਸੀਂ ਉਹਨਾਂ ਕੌਮਾਂ ਵਿੱਚ ਜਾ ਕੇ ਵਿਗੜ ਕੇ ਮੇਰਾ ਕੋਈ ਸਰੂਪ ਬਣਾ ਦਿਓ। ਚੇਤਾਵਨੀ ਦਿੰਦਾ ਹੈ। ਤੇ ਦਾਊਦ ਆਖਦਾ ਹੈ, ਦਾਊਦ ਵੀ ਉਸ ਜਿਉਂਦੇ ਪਰਮੇਸ਼ਰ ਲਈ ਪਿਆਸਾ ਹੈ। ਪ੍ਰਿਓ, ਸਾਨੂੰ ਔਰ ਮੈਨੂੰ ਵੀ ਜਿਉਂਦੇ ਪਰਮੇਸ਼ਰ ਲਈ ਪਿਆਸ ਨੂੰ ਜਗਾਉਣਾ ਚਾਹੀਦਾ ਹੈ। ਅੱਗੇ ਦਾਊਦ ਕੀ ਆਖਦਾ ਹੈ? ਜਦੋਂ ਅਸੀਂ ਪਹਿਲਾ ਸੈਮੂਅਲ ਉਹਦਾ 17 ਅਧਿਆਇ ਉਹਦੀ 26 ਤੇ 27 ਐਤ ਵਿੱਚ ਪੜ੍ਹਦੇ ਹਾਂ। ਇਹ ਵਾਕਿਆ ਉਸ ਸਮੇਂ ਦਾ ਹੈ ਜਦੋਂ ਸਾਰੇ ਇਜ਼ਰਾਈਲ ਨੂੰ ਫਿਲਿਸਤੀਆਂ ਦੇ ਨਾਲ ਜਦੋਂ ਉਹਨਾਂ ਦੀ ਆਪਸ ਵਿੱਚ ਲੜਾਈ ਹੋਣੀ ਸੀ ਤੇ ਕੀ ਹੋ ਰਿਹਾ ਵਾ ਉੱਥੇ? ਗੋਲੀਅਤ ਨਾਮ ਦਾ ਇੱਕ ਵਿਅਕਤੀ ਭਲਵਾਨ ਹੈ ਜੋ ਸਾਰੇ ਇਜ਼ਰਾਈਲ ਨੂੰ ਵੰਗਾਰਦਾ ਫਿਰਦਾ ਹੈ ਤੇ ਦਾਊਦ ਉੱਥੇ ਘੱਲਿਆ ਜਾਂਦਾ ਹੈ। ਜਦੋਂ ਦਾਊਦ ਖਾਣਾ ਲੈ ਕੇ ਆਪਣੇ ਭਰਾਵਾਂ ਦੇ ਲਈ ਆਉਂਦਾ ਹੈ ਤੇ ਦਾਊਦ ਉਸ ਦੀ ਆਵਾਜ਼ ਨੂੰ ਸੁਣਦਾ ਹੈ ਤੇ ਦੇਖਦਾ ਹੈ ਕਿ ਉਹ ਇੱਕ ਗੱਲ ਆਖਦਾ ਹੈ। ਤਾਂ ਦਾਊਦ ਨੇ ਆਪਣੇ ਆਲੇ ਦੁਆਲੇ ਲੋਕਾਂ ਕੋਲ ਪੁੱਛਿਆ ਕਿ ਜਿਹੜਾ ਮਨੁੱਖ ਇਸ ਫਿਲਿਸਤੀ ਨੂੰ ਮਾਰੇ ਅਤੇ ਇਸ ਕਲੰਕ ਨੂੰ ਇਸਰਾਇਲ ਉਤੋਂ ਹਟਾਵੇ ਤਾਂ ਉਹਨੂੰ ਕੀ ਮਿਲੇਗਾ? ਕਿਉਂ ਜੋ ਇਹ ਅਸੁੰਤੀ ਫਿਲਿਸਤੀ ਹੈ ਕੌਣ ਜੋ ਜਿਉਂਦੇ ਪਰਮੇਸ਼ਰ ਦੇ ਦਲ ਨੂੰ ਲੱਜਿਆਬੰਦ ਕਰੇ? ਸੋ ਉਸਨੇ ਵੀ ਆਖਿਆ, ਲੜਾਈ ਦੇ ਮੈਦਾਨ ਵਿੱਚ ਉਸਨੇ ਆਖਿਆ ਵੀ ਇਹ ਫਿਲਿਸਤੀ ਹੈ ਕੌਣ ਆ, ਇਹ ਭਲਵਾਨ ਹੈ ਕੌਣ ਆ ਜਿਹੜਾ ਜਿਉਂਦੇ ਪਰਮੇਸ਼ਰ ਦੇ ਦਲ ਨੂੰ, ਜਿਉਂਦੇ ਪਰਮੇਸ਼ਰ ਦੇ ਦਲ ਨੂੰ ਕੀ ਕਰਦਾ ਪਿਆ? ਲੱਜਾਵਾਨ ਕਰਦਾ ਪਿਆ ਵਾ। ਸੋ ਪ੍ਰਿਓ, ਦਾਊਦ ਦੇ ਅੰਦਰ ਜਿਹੜੀ ਪਰਮੇਸ਼ਰ ਪ੍ਰਤੀ ਭਾਵਨਾ ਸੀ ਉਹ ਪੂਰੀ ਤਰ੍ਹਾਂ ਜਾਣਦਾ ਸੀ ਕਿ ਪਰਮੇਸ਼ਰ ਜਿਉਂਦਾ ਹੈ। ਇਸ ਲਈ ਮੇਰੇ ਪ੍ਰਿਓ, ਤੁਸੀਂ ਵੀ ਕਦੇ ਘਬਰਾਣਾ ਨਹੀਂ ਹੈਗਾ, ਕਦੇ ਡਰਨਾ ਨਹੀਂ ਹੈਗਾ, ਕਿਉਂਕਿ ਤੁਸੀਂ ਯਾਦ ਰੱਖਣਾ ਹੈ ਕਿ ਪਵਿੱਤਰ ਬਾਈਬਲ ਵਿੱਚ ਪਰਮੇਸ਼ਰ ਜਿਉਂਦਾ ਪਰਮੇਸ਼ਰ ਕਿਹਾ ਗਿਆ ਹੈ। ਸੋ ਅੱਗੇ ਇਸ ਨੂੰ ਵਧਾਵਾਂਗੇ। ਜਦੋਂ ਅਸੀਂ ਜਿਰਮੀਆ ਨਬੀ ਦੀ ਕਿਤਾਬ ਪੜ੍ਹਦੇ ਹਾਂ ਤੇ ਜਿਰਮੀਆ ਨਬੀ ਵੀ ਪਰਮੇਸ਼ਰ ਦੇ ਵਿਸ਼ੇ ਤੇ ਇਸ ਪ੍ਰਕਾਰ ਆਖਦਾ ਹੈ ਔਰ ਇਹ ਸੱਚਮੁੱਚ ਬਹੁਤ ਅਦਭੁਤ ਹੈ। ਇਸ ਆਇਤ ਵਿੱਚ ਪਰਮੇਸ਼ਰ ਦੇ ਆਪਾਂ ਜੋ ਅੱਗੇ ਚੱਲ ਕੇ ਵੇਖਣੇ ਆ, ਇਸ ਆਇਤ ਦੇ ਵਿੱਚ 3 ਪਰਮੇਸ਼ਰ ਦੇ ਕਹਿ ਲਓ ਗੁਣ ਅਤੇ ਸੁਭਾਅ ਜ਼ਾਹਿਰ ਨੇ। ਅਸੀਂ ਦੇਖ ਰਹੇ ਹਾਂ ਪਰਮੇਸ਼ਰ ਦੇ ਗੁਣ। ਸੋ ਕੀ ਲਿਖਿਆ ਵਾ? ਜਿਰਮੀਆ 10:10 ਦੇ ਵਿੱਚ ਲਿਖਿਆ ਹੈ, ਪਰ ਯਹੋਵਾ ਸੱਚਾ ਪਰਮੇਸ਼ਰ ਹੈ। ਅਸੀਂ ਅੱਗੇ ਜਾ ਕੇ ਇਸ ਉੱਤੇ ਵੀ ਦੇਖਾਂਗੇ ਕਿ ਪਰਮੇਸ਼ਰ ਦਾ ਸੁਭਾਅ ਸੱਚਾ ਹੈ, ਠੀਕ ਹੈ, ਉਹਦੇ ਗੁਣਾਂ ਦੇ ਵਿੱਚ ਉਹ ਸੱਚਾ ਪਰਮੇਸ਼ਰ ਹੈ। ਅਤੇ ਦੂਸਰਾ ਉਹਦੇ ਵਿੱਚ ਲਿਖਿਆ ਉਹ ਜਿਉਂਦਾ ਪਰਮੇਸ਼ਰ ਹੈ। ਸੋ ਪ੍ਰਿਓ, ਕੀ ਲਿਖਿਆ ਹੈ? ਉਹ ਜਿਉਂਦਾ ਪਰਮੇਸ਼ਰ ਹੈ। ਜਿਰਮੀਆ ਨਬੀ ਨੇ ਵੀ ਪਰਮੇਸ਼ਰ ਦੇ, ਜਦ ਪਰਮੇਸ਼ਰ ਨਾਲ ਉਹਦੀ ਆਮੋ ਸਾਹਮਣੇ ਗੱਲਬਾਤ ਹੋਈ, ਜਦ ਪਰਮੇਸ਼ਰ ਨੂੰ ਤਿਆਰ ਕੀਤਾ, ਆਪਣੇ ਲੋਕਾਂ ਦੇ ਲਈ ਨਬੀ ਬਣਾਇਆ, ਸੇਵਕ ਬਣਾ ਕੇ ਘੱਲਿਆ, ਤੇ ਤਦ ਉਹਨੇ ਪਰਮੇਸ਼ਰ ਨੂੰ ਦੇਖਿਆ, ਆਮੋ ਸਾਹਮਣੇ ਸੁਣਿਆ ਤੇ ਉਹਨੇ ਵੀ ਆਖਿਆ ਹੈ ਆਪਣੇ ਪਰਮੇਸ਼ਰ ਲਈ, ਉਹ ਬੋਲਦਾ ਹੈ ਕਿ ਮੇਰਾ ਪਰਮੇਸ਼ਰ ਜਿਉਂਦਾ ਹੈ। ਪ੍ਰਿਓ, ਸੋ ਜਿਸ ਪਰਮੇਸ਼ਰ ਦੇ ਬਾਰੇ ਅਸੀਂ ਸਿੱਖ ਰਹੇ ਹਾਂ, ਜਿਸ ਪਰਮੇਸ਼ਰ ਨੇ ਧਰਤੀ ਆਕਾਸ਼ ਨੂੰ ਬਣਾਇਆ, ਜਿਸ ਦੀ ਉਪਾਸਨਾ ਅਸੀਂ ਕਰਦੇ ਹਾਂ, ਤੇ ਉਹ ਜਿਉਂਦਾ ਪਰਮੇਸ਼ਰ ਹੈ। ਸੋ ਪ੍ਰਿਓ, ਜਦੋਂ ਅਸੀਂ ਜਿਉਂਦਾ ਪਰਮੇਸ਼ਰ ਉਸ ਨੂੰ ਆਖ ਦਿੱਤਾ ਤੇ ਸਾਨੂੰ ਉਹਦੀ ਉਪਾਸਨਾ ਵੀ ਜਿਉਂਦੇ ਹੀ ਤਰੀਕੇ ਦੇ ਨਾਲ ਕਰਨੀ ਪੈਣੀ ਹੈ। ਕਿਉਂਕਿ ਇੱਥੇ ਜਿਹੜਾ ਤੁਸੀਂ ਜਦੋਂ ਜਿਰਮੀਆ ਨਬੀ 10 ਅਧਿਆਇ ਪੂਰਾ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਜਿਰਮੀਆ ਨਬੀ ਨੇ ਜਿਉਂਦਾ ਪਰਮੇਸ਼ਰ ਨੂੰ ਕਿਉਂ ਕਿਹਾ। ਅੱਗੇ ਦੇਖਦੇ ਹਾਂ ਕਿ ਅਸੀਂ ਇਬਰਾਨੀ ਦੇ ਖਾਤ ਉਹਦਾ 10 ਅਧਿਆਇ ਉਹਦੀ 31 ਆਇਤ ਵਿੱਚ ਵੀ ਪੜ੍ਹਦੇ ਹਾਂ। ਨਏ ਨੇਮ ਦੇ ਵਿੱਚ ਵੀ ਪਰਮੇਸ਼ਰ ਕੀ ਆਖਿਆ ਗਿਆ ਵਾ? ਉਹ ਆਖਦਾ ਪਿਆ ਵਾ, ਜਿਉਂਦੇ ਪਰਮੇਸ਼ਰ ਦੇ ਹੱਥ ਵਿੱਚ ਪੈਣਾ ਭਿਆਨਕ ਗੱਲ ਹੈ। ਸੋ ਪ੍ਰਿਓ, ਪਰਮੇਸ਼ਰ ਸਾਡਾ ਜਿਉਂਦਾ ਹੈ ਤੇ ਸਾਨੂੰ ਵੀ ਜ਼ਰੂਰੀ ਹੈ ਕਿ ਉਸਦੀ ਜਿਹੜੀ ਪਹਿਚਾਣ ਆ ਆਪਣੇ ਜੀਵਨ 'ਚ ਇੱਕ ਜਿਉਂਦੇ ਦੀ ਤਰ੍ਹਾਂ ਰੱਖਣੀ ਚਾਹੀਦੀ ਹੈ। ਜੋ ਪਹਿਲਾਂ ਅਸੀਂ ਪੜ੍ਹਿਆ ਸੀ ਉਹ ਮੈਂ ਤੁਹਾਨੂੰ ਇਸੇ ਕਾਰਨ ਪੜ੍ਹਾਇਆ ਸੀ ਕਿ ਜਿਉਂਦੇ ਹੋਣ ਤੋਂ ਭਾਵ ਕੀ ਹੈ। ਪ੍ਰਿਓ, ਮੈਂ ਇੱਕ ਪਰਿਵਾਰ ਦੀ ਸਿਰਫ ਉਦਾਹਰਨ ਦਿੱਤੀ ਹੈ ਜੋ ਪੂਰੀ ਦੁਨੀਆ ਵਿੱਚ ਸੱਚੀ ਹੈ। ਜਦੋਂ ਇੱਕ ਪਰਿਵਾਰ ਦਾ ਇੱਕ ਜਨ ਮਰ ਜਾਂਦਾ ਹੈ ਤੇ ਉਹ ਮਰਿਆ ਹੋਇਆ ਇਨਸਾਨ ਨਾ ਤਾਂ ਆਪਣੇ ਪਰਿਵਾਰ ਲਈ ਕੁਝ ਕਰ ਸਕਦਾ ਹੈ ਤੇ ਨਾ ਹੀ ਪਰਿਵਾਰ ਮਰੇ ਹੋਏ ਲਈ ਕੁਝ ਕਰ ਸਕਦਾ ਹੈ। ਦਾਊਦ ਆਖਦਾ ਹੈ, ਜਦੋਂ ਅਸੀਂ ਮਰ ਗਏ, ਮੌਤ ਤੋਂ ਬਾਅਦ ਪਰਮੇਸ਼ਰ ਦਾ ਕੋਈ ਸਿਮਰਨ ਨਹੀਂ ਹੈਗਾ, ਪਰਮੇਸ਼ਰ ਦਾ ਕੋਈ ਧੰਨਵਾਦ ਨਹੀਂ ਹੈਗਾ। ਇਸ ਲਈ ਪ੍ਰਿਓ, ਇਸ ਤੋਂ ਇਹ ਨਿਚੋੜ ਨਿਕਲਦਾ ਹੈ ਕਿ ਇੱਕ ਜਿਉਂਦਾ ਇਨਸਾਨ ਹੀ ਦੂਜੇ ਇਨਸਾਨ ਦੇ ਕੰਮ ਆ ਸਕਦਾ ਹੈ। ਜਦ ਇਹ ਗੱਲ ਬਿਲਕੁਲ ਸੱਚੀ ਹੈ ਤੇ ਪ੍ਰਿਓ, ਤੁਸੀਂ ਇੱਕ ਗੱਲ ਨੂੰ ਯਾਦ ਰੱਖਣਾ ਹੈ
जब जिरमिया ने यह गल आखी सी कि परमेश्वर जिਉਂਦਾ है तो इजराइल बिगड़ चुका सी, वो बुत परस्ती करन लग गया सी। उन्होंने अपने परमेश्वर ਨੂੰ जो ਜਿਉਂਦਾ सी पत्थरां ਦੇ ਵਿੱਚ ਲੱਕੜ ਦੇ ਵਿੱਚ सोने चांदी ਵਿੱਚ ਵਟਾ ਦਿੱਤਾ ਸੀ। तो परमेश्वर ਉਹਦੇ ਦੁਆਰਾ अपने इसराइल ਨੂੰ फिर ਤੋਂ ਦੱਸਣਾ ਚਾਹੁੰਦਾ कि मैं भाई ਜਿਉਂਦਾ ਵਾਂ, मैं ਉਹ नहीं हाँ जो ਤੁਸੀਂ ਮੈਨੂੰ ਬਣਾ ਕੇ ਬੈਠੇ ਹੋ। सो प्रियो ਤੁਹਾਨੂੰ भी परमेश्वर ਦੇ ਪਿਆਰਿਓ ਇਹਨਾਂ ਵਚਨਾਂ ਦੇ ਦੁਆਰਾ ਇਹ ਸੁਨੇਹਾ ਹੈ कि ਤੁਸੀਂ परमेश्वर ਨੂੰ जो जीवित है उसਨੂੰ उसी तरीके ਨਾਲ ਉਹਦੀ पूजा करो, उसी तरीके ਨਾਲ ਉਹਦੀ आस्था रखो ਉਹਦੇ ਉੱਤੇ जिस प्रकार ਉਹ स्वयं है। सो प्रभु ਇਹਨਾਂ ਵਚਨਾਂ ਦੇ ਦੁਆਰਾ ਤੁਹਾਨੂੰ ਸਾਰਿਆਂ ਨੂੰ आशीष करे। आप धन्यवाद करते हैं प्रभु।